Hello, dear students. I welcome you all to this session. This is the slide sent by Department of School Education, Punjab, India. This session is for class 12th for General English. As you can see, the topic is email writing. Before going into the detail of the important emails, let's discuss the format of an email. As you can see in front of you, we have a picture in which the format has been discussed. In this format, in first column, you see 2. 2 means you have to write the email address of the recipient. CC means carbon copy. If you want to send any carbon copy, the same email can be sent to other people also. Space for entering the email address of other people who would like to know the content of the email but are not required to act. This is only a copy sent to them. BCC is blind carbon copy. It means email addresses entered in here are not visible to the people entered in the 2. Means the person who is receiving the mail, he cannot see to whom the other copies have been sent. That is why it is called blind carbon copy. Then we write the subject, and after writing the subject briefly, telling the reader about the major topic of the email, the main email starts with the body. In the body, we have salutation and greetings, followed by main content of the email, and the email of the sender is written at the end. ਪਿਆਰੇ ਬੱਚਿਓ, ਇਹ ਤੁਹਾਡੇ ਸਾਹਮਣੇ ਜੋ ਹੈ ਇਹ ਈਮੇਲ ਦਾ ਫਾਰਮੈਟ ਹੈ, ਤੁਸੀਂ ਦੇਖ ਪਾ ਰਹੇ ਹੋ। ਸਭ ਤੋਂ ਪਹਿਲਾਂ ਜੋ 2 ਕਾਲਮ ਹੈ ਉਸ ਦੇ ਵਿੱਚ ਤੁਸੀਂ ਜਿਸ ਨੂੰ ਮੇਲ ਕਰਨਾ ਹੈ ਉਸ ਦਾ ਐਡਰੈਸ ਪਾ ਦੇਣਾ ਹੈ। ਦੈਨ ਡੇਟ ਐਂਡ ਟਾਈਮ, ਉਹ ਵੈਸੇ ਆਟੋਮੈਟਿਕਲੀ ਵੀ ਪੈ ਜਾਣਾ। ਦੈਨ ਸੀਸੀ ਮੀਨਸ ਕਾਰਬਨ ਕਾਪੀ, ਇੱਥੇ ਤੁਸੀਂ ਈਮੇਲ ਐਡਰੈਸ ਭਰੋਗੇ ਉਸ ਦਾ ਜਿਸ ਨੂੰ ਤੁਸੀਂ ਇੱਕ ਹੋਰ ਕਾਪੀ ਦੇਣ ਲੱਗੇ ਹੋ, ਅਤੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਮੇਨ ਮੇਲ ਦਾ ਰੈਸੀਪੀਐਂਟ ਆ ਉਸ ਨੂੰ ਵੀ ਪਤਾ ਲੱਗੇ ਕਿ ਉਸ ਕੋਲ ਕਾਪੀ ਗਈ ਹੈ। ਲੇਕਿਨ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੀ ਕਾਰਬਨ ਕਾਪੀ ਬਲਾਈਂਡ ਰਹੇ, ਪਤਾ ਨਾ ਲੱਗੇ ਕਿ ਦੂਜੀ ਜਗ੍ਹਾ ਵੀ ਕਾਪੀ ਕੀਤੀ ਗਈ ਹੈ, ਦੈਨ ਯੂ ਕੈਨ ਐਡ BCC ਦੇ ਵਿੱਚ ਤੁਸੀਂ ਜਿੰਨੇ ਵੀ ਚਾਹੋ ਉਨੇ ਮੇਲ ਐਡਰੈਸ ਐਡ ਕਰ ਸਕਦੇ ਹੋ। ਫਿਰ ਤੁਸੀਂ ਕਾਲਮ ਬਣਾਓਗੇ ਸਬਜੈਕਟ ਦਾ। ਦੈਨ ਬੋਡੀ ਕੰਟੈਂਟ, ਇਟ ਮੀਨਸ ਦ ਕੰਪਲੀਟ ਥਿੰਗ ਦੈਟ ਯੂ ਵਿਲ ਰਾਈਟ ਇਨ ਦ ਈਮੇਲ। ਬੋਡੀ ਔਰ ਕੰਟੈਂਟ ਦੇ ਵਿੱਚ ਤੁਸੀਂ ਰਿਸਿਪੀਐਂਟ ਦਾ ਨਾਮ ਲਿਖੋਗੇ ਪਹਿਲੇ, ਫਿਰ ਉਹਨੂੰ ਗ੍ਰੀਟਿੰਗਸ ਦਿਓਗੇ, ਫਿਰ ਆਪਣੀ ਪੂਰੀ ਜਾਣਕਾਰੀ ਲਿਖੋਗੇ, ਫਿਰ ਲਾਸਟ 'ਤੇ ਰਿਗਾਰਡਸ ਲਿਖੋਗੇ। ਤਾਂ ਜੋ ਨਾਮ ਲਾਸਟ 'ਤੇ ਦਿੱਤਾ ਹੈ ਉਹ ਸੈਂਡਰਸ ਨੇਮ ਹੋਏਗਾ। ਸੈਂਡਰਸ ਮਤਲਬ ਜਿਹਨੇ ਈਮੇਲ ਭੇਜੀ ਹੈ। ਨੋਟ, the sender's address is not required as the email address of the sender will be visible to receiver automatically. ਸੋ ਤੁਸੀਂ ਆਪਣਾ ਸਿਰਫ ਨਾਮ ਲਿਖੋਗੇ, ਬਾਕੀ ਤੁਹਾਡਾ ਈਮੇਲ ਐਡਰੈਸ ਵਗੈਰਾ ਉਹ ਸਾਰਾ ਕੁਝ ਆਪਣੇ ਆਪ ਦਿਖਾ ਦੇਣਾ ਹੈ ਕੰਪਿਊਟਰਾਈਜ਼ਡ ਸਿਸਟਮ ਨੇ। Now we'll take some examples as sent by the department. These are important emails. Write an email to your friend informing him why you want him to excuse you for not attending his birthday party. Very important. ਅਸੀਂ ਆਪਣੇ ਦੋਸਤ ਨੂੰ ਈਮੇਲ ਲਿਖਣੀ ਹੈ ਜਿਸ 'ਚ ਉਸਨੂੰ ਦੱਸਣਾ ਹੈ ਕਿ ਬਰਥਡੇ ਪਾਰਟੀ 'ਤੇ ਕਿਉਂ ਨਹੀਂ ਆ ਸਕੇ। ਸੋ ਫਸਟ ਆਫ ਆਲ ਵੀਲ ਰਾਈਟ ਇਨ ਦ ਕਾਲਮ 2 ਦ ਈਮੇਲ ਐਡਰੈਸ ਆਫ ਦ ਰੈਸੀਪੀਐਂਟ kabir77o@gmail.com। ਕਈ ਬੱਚੇ ਇਸ ਸਾਈਨ ਨੂੰ @ ਕਹਿੰਦੇ ਆ, ਲੇਕਿਨ ਜਦੋਂ ਤੁਸੀਂ ਈਮੇਲ ਐਡਰੈਸ ਬੋਲਣਾ @ ਨਹੀਂ ਬੋਲਣਾ, ਬੋਲਣਾ ਹੈ। ਸੋ ਉਸ ਤੋਂ ਬਾਅਦ ਅਸੀਂ ਲਿਖਦੇ ਹਾਂ March 25th, 2021। ਡੇਟ ਲਿਖਣ ਦਾ ਇਹੀ ਤਰੀਕਾ, ਪਹਿਲੇ ਮੰਥ, ਫਿਰ ਡੇ, ਫਿਰ ਈਅਰ, ਫਿਰ ਟਾਈਮ। ਉਸ ਤੋਂ ਬਾਅਦ ਐਡ BCC। ਅਸੀਂ ਕਿਸੇ ਨੂੰ ਕਾਰਬਨ ਕਾਪੀ ਨਹੀਂ ਕੀਤੀ ਇਸ ਲਈ ਬਲੈਂਕ ਹੈ। ਸਬਜੈਕਟ ਐਕਸਕਿਊਜ਼ ਫਰੋਮ ਬਰਥਡੇ ਪਾਰਟੀ। ਡੀਅਰ ਕਬੀਰ, ਤੋਂ ਸਭ ਤੋਂ ਪਹਿਲਾਂ ਅਸੀਂ ਕਬੀਰ ਦਾ ਨਾਂ ਲਿਖਿਆ ਜਿਸ ਨੂੰ ਅਸੀਂ ਈਮੇਲ ਲਿਖ ਲਿਆ। Thanks for inviting me to your birthday party. I'm sorry I cannot join you at your party as I have come to Delhi to visit my grandparents. ਸ਼ੁਕਰੀਆ, ਤੁਸੀਂ ਮੈਨੂੰ ਆਪਣੀ ਬਰਥਡੇ ਪਾਰਟੀ 'ਤੇ ਬੁਲਾਇਆ। ਮਾफ़ ਕਰਨਾ, ਮੈਂ ਤੁਹਾਡੀ ਪਾਰਟੀ 'ਤੇ ਨਹੀਂ ਆ ਸਕਿਆ ਕਿਉਂਕਿ ਮੈਂ ਆਪਣੇ ਦਾਦਾ ਦਾਦੀ ਨੂੰ ਮਿਲਣ ਦਿੱਲੀ ਆਇਆ ਹੋਇਆ ਹਾਂ। ਪਲੀਜ਼ ਐਕਸਕਿਊਜ਼ ਮੀ ਫॉर ਮਾਈ ਐਬਸੈਂਸ। ਤਾਂ ਮੇਰੇ ਨਾ ਆਉਣ ਕਰਕੇ ਮੈਨੂੰ ਇਸ ਤੋਂ ਛੂਟ ਦੇਣਾ। I will meet you when I come back. ਜਦੋਂ ਹੀ ਮੈਂ ਵਾਪਸ ਆਇਆ ਮੈਂ ਤੁਹਾਨੂੰ ਮਿਲਾਂਗਾ।
ਬੱਚਿਓ ਈਮੇਲ ਬਹੁਤ ਲੰਬੀ ਨਹੀਂ ਹੋਣੀ ਚਾਹੀਦੀ, ਟੂ ਦ ਪੁਆਇੰਟ ਹੋਣੀ ਚਾਹੀਦੀ ਹੈ। ਸੋ ਜੋ ਅਸੀਂ ਗੱਲ ਜ਼ਰੂਰੀ ਕਰਨੀ ਸੀ ਉਹ ਕੰਪਲੀਟ ਹੋ ਗਈ। ਦੈਨ ਵੀਲ ਸੇ ਰਿਗਾਰਡਸ ਰੋਹਿਤ। ਸੋ ਇਹ ਆਪਣੀ ਇੱਕ ਈਮੇਲ ਹੋ ਗਈ। ਤੁਹਾਨੂੰ ਪਤਾ ਹੈ ਕਿ ਈਮੇਲ 3 ਮਾਰਕਸ ਦੀ ਆਏਗੀ ਤੁਹਾਨੂੰ ਐਗਜ਼ਾਮ ਦੇ ਵਿੱਚ, ਔਰ ਆਪਸ਼ਨ ਨਾਲ ਇੰਪੋਰਟੈਂਟ ਹੈਡਲਾਈਨਸ ਵੀ ਆ ਸਕਦੀਆਂ ਨੇ। ਮੀਨਸ ਨਿਊਜ਼ਪੇਪਰ ਹੈਡਲਾਈਨਸ ਐਂਡ ਯੂ ਹੈਵ ਟੂ ਐਕਸਪਲੇਨ ਦ ਹੈਡਲਾਈਨ। ਜਾਂ ਤਾਂ ਤੁਸੀਂ ਹੈਡਲਾਈਨਸ ਵਾਲਾ ਪਾਰਟ ਕਰਨਾ ਹੈ ਜਾਂ ਈਮੇਲ ਕਰਨਾ ਹੈ। ਸੋ 3 ਮਾਰਕਸ ਦਾ ਇਹ ਤੁਹਾਡਾ ਪੋਰਸ਼ਨ ਹੋਏਗਾ। ਦੈਨ ਵੀ ਹੈਵ ਸੈਕਿੰਡ ਈਮੇਲ। Write an email to your friend about the inauguration of the company। ਹੁਣ ਤੁਸੀਂ ਆਪਣੇ ਦੋਸਤ ਨੂੰ ਈਮੇਲ ਲਿਖਣੀ ਹੈ। ਤੁਸੀਂ ਇੱਕ ਕੰਪਨੀ ਸ਼ੁਰੂ ਕਰਨ ਜਾ ਰਹੇ ਹੋ, ਉਸ ਦਾ ਉਦਘਾਟਨ ਹੋਣ ਜਾ ਰਿਹਾ, ਉਸ ਲਈ ਉਹਨਾਂ ਨੂੰ ਇਨਵਾਈਟ ਕਰੋਗੇ। ਸਭ ਤੋਂ ਪਹਿਲੇ ਉਹੀ ਟੂ ਦੇ ਵਿੱਚ ਰਿਸਿਪੀਐਂਟ ਦਾ ਐਡਰੈਸ, ਦੈਨ ਡੇਟ, ਦੈਨ ਕਾਰਬਨ ਕਾਪੀ ਕਿਸੇ ਨੂੰ ਨਹੀਂ ਜਾ ਰਹੀ ਕਿਉਂਕਿ ਇੱਕ ਹੀ ਜਣੇ ਨੂੰ ਇਨਵੀਟੇਸ਼ਨ ਜਾ ਰਿਹਾ। ਦੈਨ ਸਬਜੈਕਟ ਇਜ਼ ਇਨਵੀਟੇਸ਼ਨ ਟੂ ਇਨੋਗ੍ਰੇਸ਼ਨ ਫੰਕਸ਼ਨ, ਉਦਘਾਟਨੀ ਸਮਾਰੋਹ ਤੇ invitation। Dear Kabir, I wish to inform you that I am going to launch my new company on March 26, 2021। ਸੋ ਆਪਾਂ ਦੱਸਾਂਗੇ ਕਿ ਅਸੀਂ ਕਿਸ ਲਈ ਤੈਨੂੰ ਈਮੇਲ ਕਰ ਰਹੇ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮਾਰਚ 26 2021 ਨੂੰ ਮੈਂ ਆਪਣੀ ਨਵੀਂ ਕੰਪਨੀ ਸ਼ੁਰੂ ਕਰਨ ਜਾ ਰਿਹਾ। The inauguration function will be held at 11 AM। ਫਿਰ ਅਸੀਂ ਵਕਤ ਦੱਸਾਂਗੇ ਕਿੰਨੇ ਵਜੇ, 11 ਵਜੇ। ਫਿਰ ਅਸੀਂ ਪਲੇਸ ਦੱਸਾਂਗੇ, ਐਟ ਹੋਟਲ ਰੈਡੀਸਨ ਜਲੰਧਰ, ਰੈਡੀਸਨ ਹੋਟਲ ਜਲੰਧਰ। ਯੂ ਆਰ ਕਾਰਡਲੀ ਇਨਵਾਈਟਿਡ ਟੂ ਜੁਆਇਨ ਅਸ। ਤੁਸੀਂ ਤੁਹਾਨੂੰ ਅਸੀਂ ਧੁਰ ਹਿਰਦੇ ਤੋਂ ਇਨਵਾਈਟ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਇਨੋਗ੍ਰੇਸ਼ਨ ਫੰਕਸ਼ਨ 'ਚ ਆਓ। ਰਿਗਾਰਡਸ ਰੋਹਿਤ। I hope now you understand what to write in an email. Next is write an email to your friend inviting him to attend your parents' marriage anniversary। ਸੋ ਮਾਤਾ ਪਿਤਾ ਦੀ ਤੁਹਾਡੇ ਮੈਰਿਜ ਐਨਵਰਸਰੀ ਹੈ, ਤੁਸੀਂ ਆਪਣੇ ਦੋਸਤ ਨੂੰ ਬੁਲਾਉਣਾ ਹੈ। ਸੋ ਫਸਟ ਆਫ ਆਲ ਯੂ ਨੋ to date add cc add bcc, then subject invitation to 25th marriage anniversary celebrations। Dear Kabir, I wish to inform you that my parents 25th marriage anniversary is on March 26, 2021। ਸੋ ਮੇਰੇ ਮਾਤਾ ਪਿਤਾ ਦੀ ਮੈਰਿਜ ਐਨਵਰਸਰੀ ਜੋ ਹੈ 26 ਮਾਰਚ 2021 ਨੂੰ ਹੈ। ਦ ਮੈਰਿਜ ਸੈਲੀਬ੍ਰੇਸ਼ਨ ਵਿਲ ਬੀ ਹੈਡ ਐਟ 11 AM। ਅਸੀਂ ਟਾਈਮ ਦੱਸਦਾ ਕਿ ਅਸੀਂ ਇਸ ਟਾਈਮ 11 ਵਜੇ, ਕਿੱਥੇ, ਹੁਣ ਪਲੇਸ ਸੇਮ ਲਿਖ ਦਿਓ, ਹੋਟਲ ਰੈਡੀਸਨ ਜਲੰਧਰ। ਯੂ ਆਰ ਕਾਰਡਲੀ ਇਨਵਾਈਟਿਡ ਟੂ ਜੁਆਇਨ ਅਸ। ਰਿਗਾਰਡਸ ਰੋਹਿਤ। Then there is an email, write an email to a colleague about details of his salary report। फिर सारे कॉलम सेम, टू डेट एड cc एड bcc, subject salary report। Dear Kabir, I received your email yesterday requesting for your salary report। ਕੱਲ ਮੈਨੂੰ ਤੁਹਾਡੀ ਈਮੇਲ ਮਿਲੀ, ਤੁਸੀਂ ਮੇਰੇ ਤੋਂ ਸੈਲਰੀ ਰਿਪੋਰਟ ਮੰਗੀ ਹੈ। I am sending you the complete record of your salary। ਉਸ ਰਿਗਾਰਡ 'ਚ ਮੈਂ ਤੁਹਾਨੂੰ ਤੁਹਾਡੀ ਸੈਲਰੀ ਦਾ ਪੂਰਾ ਰਿਕਾਰਡ ਭੇਜ ਰਿਹਾ ਹਾਂ। ਪਲੀਜ਼ ਡਾਊਨਲੋਡ ਦ ਅਟੈਚਡ ਫਾਈਲ। ਸੋ ਮੈਂ ਨਾਲ ਅਟੈਚਡ ਫਾਈਲ ਭੇਜੀ, ਉਸਨੂੰ ਡਾਊਨਲੋਡ ਕਰ ਲਓ। ਯੂ ਆਰ ਵੈਲਕਮ ਇਫ ਐਨੀ ਮੋਰ ਇਨਫੋਰਮੇਸ਼ਨ ਇਜ਼ ਰਿਕੁਆਇਰਡ। ਰਿਗਾਰਡਸ ਵਿਕਰਮ ਮਲਹੋਤਰਾ। ਸੋ ਤੁਹਾਡਾ ਸਵਾਗਤ ਹੈ। ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤੁਸੀਂ ਦੱਸ ਸਕਦੇ ਹੋ, ਅਤੇ ਫਿਰ ਤੁਸੀਂ ਆਪਣਾ ਸੈਂਡਰ ਦਾ ਨਾਮ ਲਿਖੋਗੇ। ਲਾਸਟ ਈਮੇਲ ਇਜ਼ write an email to a friend who had requested for donations for flood relief camp being organized for victims। ਤੁਸੀਂ ਹੁਣ ਇੱਕ ਆਪਣੇ ਦੋਸਤ ਨੂੰ ਈਮੇਲ ਲਿਖਣੀ ਹੈ ਜਿਸ ਤੁਸੀਂ ਬਲੱਡ ਡੋਨੇਸ਼ਨ ਲਈ ਬੇਨਤੀ ਕਰਨੀ ਹੈ। ਟੂ ਡੇਟ ਐਟ cc ਐਟ bcc, ਸਬਜੈਕਟ ਡੋਨੇਸ਼ਨ ਫॉर ਬਲੱਡ ਰਿਲੀਫ ਕੈਂਪ। ਤਾਂ ਅਸੀਂ ਆਪਣੇ ਸਬਜੈਕਟ ਤੋਂ ਜ਼ਾਹਿਰ ਕਰ ਰਹੇ ਹਾਂ ਕਿ ਫਲੱਡ ਰਿਲੀਫ ਕੈਂਪ ਲੱਗਿਆ, ਉਸ ਦੇ ਲਈ ਸਾਨੂੰ ਡੋਨੇਸ਼ਨ ਚਾਹੀਦੀ ਹੈ। ਡੀਅਰ ਕਬੀਰ, I received your email regarding flood relief camp being organized for victims। ਮੈਨੂੰ ਤੁਹਾਡੀ ਈਮੇਲ ਮਿਲੀ ਜਿਸ ਦੇ ਵਿੱਚ ਕਿ ਹੜ੍ਹ ਪੀੜਿਤ ਲੋਕਾਂ ਲਈ ਤੁਸੀਂ ਕਰ ਰਹੇ ਹੋ ਕੈਂਪ ਔਰਗੇਨਾਈਜ਼ ਕੀਤਾ। ਯੂ ਆਰ ਡੂਇੰਗ ਅ ਵੈਰੀ ਨੋਬਲ ਡੀਡ। ਬਹੁਤ ਵਧੀਆ ਕੰਮ ਕਰ ਰਹੇ ਹੋ, ਬੜਾ ਨੇਕ ਕੰਮ ਕਰ ਰਹੇ ਹੋ। ਆਈ ਐਮ ਟਰਾਂਸਫਰਿੰਗ ਰੁਪੀਜ਼ 50,000 ਟੂ ਯੂਰ ਅਕਾਊਂਟ ਫॉर ਦ ਰਿਲੀਫ। ਮੈਂ ਤੁਹਾਡੇ ਅਕਾਊਂਟ ਦੇ ਵਿੱਚ ਇਸ ਕਾਰਜ ਵਾਸਤੇ 50,000 ਰੁਪਏ ਪਾ ਰਿਹਾ ਹਾਂ। ਕੀਪ ਅਪ ਦ ਗੁੱਡ ਵਰਕ। ਚੰਗਾ ਕੰਮ ਕਰਦੇ ਰਹੋ। ਰਿਗਾਰਡਸ ਰੋਹਿਤ। So this slide has been prepared by Rohit Singh Saini, lecturer in English, Government Senior Secondary School, Kadianwali, vetted by Alka, lecturer in English, Government Senior Secondary School, Nehru Garden, Jalandhar, under the project Padho Punjab, Padhao Punjab। Dear students, whenever you're going to write an email in the exam, you should always give an outline to the email with a pencil। तो ਪੈਨਸਿਲ ਤੇ ਸਕੇਲ ਨਾਲ ਤੁਸੀਂ ਈਮੇਲ ਨੂੰ ਇੱਕ ਬਾਕਸ ਦੇ ਰੂਪ ਦੇ ਵਿੱਚ ਲਿਖੋ
then you will score the full marks. I hope the entire topic is clear to you. Please subscribe the channel for more such information. Thank you for being with me. Like and share with your friends. Thank you. Have a nice time.